ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ। ਮੈਂ ਤੁਹਾਡਾ ਦੋਸਤ ਕਮਲਦੀਪ, ਮੈਥ ਮਾਸਟਰ, ਸਰਕਾਰੀ ਹਾਈ ਸਕੂਲ ਭੱਠਲਾਂ, ਜ਼ਿਲ੍ਹਾ ਬਰਨਾਲਾ ਤੋਂ। ਅੱਜ ਅਸੀਂ ਫਿਰ ਤੋਂ ਕਰਾਂਗੇ ਅਧਿਆਏ 13 ਜਮਾਤ 9ਵੀਂ ਦੇ ਚੈਪਟਰ ਸਤਹੀ ਖੇਤਰਫਲ ਅਤੇ ਆਇਤਨ ਦੀ ਦੁਹਰਾਈ। ਜਿਸ ਤਰ੍ਹਾਂ ਕਿ ਅਸੀਂ ਪਿਛਲੇ 2 ਲੈਕਚਰਸ ਦੇ ਵਿੱਚ ਵੱਖ-ਵੱਖ ਜੋ ਆਕ੍ਰਿਤੀਆਂ ਹਨ ਉਹਨਾਂ ਦੇ ਖੇਤਰਫਲ ਬਾਰੇ ਪੜ੍ਹ ਚੁੱਕੇ ਹਾਂ, ਤਾਂ ਅੱਜ ਅਸੀਂ ਜੋ ਸਾਡਾ ਬਾਕੀ ਸਤਹਾਂ ਰਹਿ ਗਈਆਂ ਸਨ ਉਹਨਾਂ ਦੇ ਖੇਤਰਫਲ ਬਾਰੇ ਪੜ੍ਹਾਂਗੇ ਅਤੇ ਇਸ ਦੇ ਨਾਲ ਨਾਲ ਅਸੀਂ ਗੱਲ ਕਰਾਂਗੇ ਆਇਤਨ ਦੀ। ਤਾਂ ਹੁਣ ਆਓ ਕਰਦੇ ਹਾਂ ਸ਼ੁਰੂ। ਜਦੋਂ ਅਸੀਂ ਪਿਛਲੀ ਕਲਾਸ ਲਗਾਈ ਸੀ ਉਸ ਸਮੇਂ ਅਸੀਂ ਗੱਲ ਕੀਤੀ ਸੀ ਖੇਤਰਫਲ ਬਾਰੇ। ਅਲੱਗ-ਅਲੱਗ ਵਸਤੂਆਂ ਦਾ ਖੇਤਰਫਲ ਜੋ ਹੈ ਉਸ ਦਾ ਫਾਰਮੂਲਾ ਅਲੱਗ-ਅਲੱਗ ਹੁੰਦਾ ਹੈ। ਅਸੀਂ ਗੱਲ ਕੀਤੀ ਸੀ ਕੰਨ ਦੀ, ਘਨਾਵ ਦੀ, ਬੇਲਣ ਦੀ ਪਾਸਵੀ ਸਤ੍ਹਾ ਦੇ ਖੇਤਰਫਲ ਦੀ ਅਤੇ ਬੇਲਣ ਦੇ ਕੁੱਲ ਸਤ੍ਹਾ ਦੇ ਖੇਤਰਫਲ ਦੀ। ਉਸੇ ਲੜੀ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਗੋਲੇ ਦੀ, ਅਰਧ ਗੋਲੇ ਦੀ, ਅਤੇ ਨਾਲ ਦੇ ਨਾਲ ਅਸੀਂ ਕਰਾਂਗੇ ਆਇਤਨ ਕੀ ਹੁੰਦਾ ਹੈ, ਇਹ ਕਿਸ ਲਈ ਪਤਾ ਕੀਤਾ ਜਾਂਦਾ ਹੈ, ਅਤੇ ਅਲੱਗ-ਅਲੱਗ ਵਸਤੂਆਂ ਦਾ ਜੋ ਆਇਤਨ ਹੈ ਉਸ ਦਾ ਕੀ ਸੂਤਰ ਹੈ। ਆਓ ਇਸੇ ਲੜੀ ਨੂੰ ਅੱਗੇ ਤੋਰਦੇ ਹਾਂ ਤੇ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਅਸੀਂ ਸਵਾਲ ਹੱਲ ਕਰਾਂਗੇ, ਇੱਕ 7 ਸੈਂਟੀਮੀਟਰ ਅਰਧ ਵਿਆਸ ਵਾਲੇ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ। ਸਾਡੇ ਕੋਲ ਕੋਈ ਸਤ੍ਹਾ ਦਿੱਤੀ ਹੋਈ ਹੈ ਜੋ ਕਿ ਅਰਧ ਗੋਲਾਕਾਰ ਆਕਾਰ ਦੀ ਹੈ, ਜਿਸ ਦਾ ਅਰਧ ਵਿਆਸ 7 ਸੈਂਟੀਮੀਟਰ ਹੈ। ਅਸੀਂ ਇਸ ਦਾ ਖੇਤਰਫਲ ਜੋ ਹੈ ਉਹ ਪਤਾ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਅਰਧ ਗੋਲੇ ਦਾ ਅਰਧ ਵਿਆਸ ਬਰਾਬਰ ਹੈ 7 ਸੈਂਟੀਮੀਟਰ। ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਹੁੰਦਾ ਹੈ 3πr²। ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਕਿ ਇਸ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਹੁੰਦਾ ਹੈ 2πr², ਅਤੇ ਇਸ ਦੇ ਨਾਲ ਜੋ ਹੈ ਉੱਪਰ ਵਾਲਾ ਜੋ ਬੇਸ ਹੈ ਉਹ ਐਡ ਹੋ ਜਾਏਗਾ, ਇਸ ਲਈ ਇਸ ਦਾ ਖੇਤਰਫਲ ਕਿੰਨਾ ਬਣ ਜਾਂਦਾ ਹੈ 3πr²। ਹੁਣ ਅਸੀਂ ਜੋ ਇਸ ਦੇ ਮੁੱਲ ਹਨ ਉਹ ਇਸ ਇਕੁਏਸ਼ਨ ਦੇ ਵਿੱਚ ਭਰ ਦੇਵਾਂਗੇ। ਤਾਂ 3 ਗੁਣਾ ਪਾਈ ਦੀ ਜਗ੍ਹਾ ਤੇ ਅਸੀਂ ਲਿਖਾਂਗੇ 22/7, ਆਰ ਦੀ ਜਗ੍ਹਾ ਤੇ ਲਿਖਾਂਗੇ ਅਸੀਂ 7 ਗੁਣਾ 7। ਤਾਂ ਜੋ 7 22 ਦੇ ਨੀਚੇ ਸੀ, ਯਾਨੀ ਕਿ ਡਿਨੋਮੀਨੇਟਰ ਦੇ ਵਿੱਚ ਸੀ, ਉਹ ਇੱਕ 7 ਨਾਲ ਕੈਂਸਲ ਹੋ ਜਾਏਗਾ ਅਤੇ ਸਾਡੇ ਕੋਲ ਜੋ ਬਚ ਜਾਏਗਾ 3 ਗੁਣਾ 22 ਗੁਣਾ 7, ਜਿਸ ਨੂੰ ਅਸੀਂ ਜਦੋਂ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 462 ਸੈਂਟੀਮੀਟਰ ਸਕੁਅਰ। ਇਸ ਦੇ ਨਾਲ ਅਸੀਂ ਇਸ ਤਰ੍ਹਾਂ ਦੇ ਸਵਾਲ ਜੋ ਹਨ ਹੱਲ ਕਰ ਸਕਦੇ ਹਾਂ। ਆਓ ਹੁਣ ਆਪਾਂ ਕਰਦੇ ਹਾਂ ਅਗਲਾ ਸਵਾਲ ਜੋ ਸਾਡੇ ਕੋਲ ਹੈ। ਅਗਲੇ ਸਵਾਲ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਇੱਕ ਗੋਲਾਕਾਰ ਗੁਬਾਰੇ ਵਿੱਚ ਹਵਾ ਭਰਨ ਤੇ ਇਸ ਦਾ ਅਰਧ ਵਿਆਸ 7 ਸੈਂਟੀਮੀਟਰ ਤੋਂ 14 ਸੈਂਟੀਮੀਟਰ ਹੋ ਜਾਂਦਾ ਹੈ। ਇਸ ਤਰ੍ਹਾਂ ਦੋਨਾਂ ਸਥਿਤੀਆਂ ਵਿੱਚ ਇਸ ਦੀ ਵਕਰ ਤਲ ਦੇ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ। ਤਾਂ ਸਾਡੇ ਕੋਲ ਕੀ ਸੀ, ਇੱਕ ਗੁਬਾਰਾ ਸੀ ਜਿਸ ਦਾ ਕਿ ਅਰਧ ਵਿਆਸ 7 ਸੈਂਟੀਮੀਟਰ ਸੀ। ਉਸ ਦੇ ਵਿੱਚ ਅਸੀਂ ਹਵਾ ਭਰ ਦਿੱਤੀ। ਹਵਾ ਭਰਨ ਤੋਂ ਬਾਅਦ ਉਸ ਦਾ ਜੋ ਅਰਧ ਵਿਆਸ ਹੈ ਉਹ ਕਿੰਨਾ ਹੋ ਜਾਂਦਾ ਹੈ 7 ਤੋਂ 14 ਹੋ ਜਾਂਦਾ ਹੈ। ਤਾਂ ਹੁਣ ਪਿਆਰੇ ਬੱਚੋ ਅਸੀਂ ਲਿਖਾਂਗੇ ਹਵਾ ਭਰਨ ਤੋਂ ਪਹਿਲਾਂ ਗੋਲਾਕਾਰ ਗੁਬਾਰੇ ਦਾ ਅਰਧ ਵਿਆਸ ਬਰਾਬਰ ਹੈ 7 ਸੈਂਟੀਮੀਟਰ। ਹਵਾ ਭਰਨ ਤੋਂ ਬਾਅਦ ਗੋਲਾਕਾਰ ਗੁਬਾਰੇ ਦਾ ਅਰਧ ਵਿਆਸ ਬਰਾਬਰ ਹੈ 14 ਸੈਂਟੀਮੀਟਰ। ਹੁਣ ਅਸੀਂ ਇਹਨਾਂ ਦੀ ਵਕਰ ਤਲਾਂ ਦੇ ਖੇਤਰਫਲ ਦਾ ਅਨੁਪਾਤ ਪਤਾ ਕਰਨਾ ਹੈ। ਤਾਂ ਇਸ ਲਈ ਹਵਾ ਭਰਨ ਤੋਂ ਪਹਿਲਾਂ ਗੁਬਾਰੇ ਦੀ ਵਕਰ ਸਤ੍ਹਾ ਦਾ ਖੇਤਰਫਲ ਬਰਾਬਰ ਹੈ 4πr²। ਆਰ ਜਾਨੀ ਕਿ ਛੋਟੀ ਆਰ ਜਿਹੜੀ ਕਿ 7 ਸੈਂਟੀਮੀਟਰ ਸੀ, ਅਤੇ ਹਵਾ ਭਰਨ ਤੋਂ ਬਾਅਦ ਗੁਬਾਰੇ ਦੀ ਵਕਰ ਤਲ ਦਾ ਖੇਤਰਫਲ ਕਿੰਨਾ ਲਿਖਾਂਗੇ 4πr², ਕਿਉਂਕਿ ਇੱਥੇ ਜੋ ਸੀ ਹਵਾ ਭਰਨ ਤੋਂ ਬਾਹਰ ਸੀ, ਇਸ ਲਈ ਅਸੀਂ ਵੱਡੀ r² ਲਿਖਾਂਗੇ। ਤਾਂ ਦੋਹਾਂ ਦੇ ਅਨੁਪਾਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਦੋਹਾਂ ਦਾ ਅਨੁਪਾਤ 4πr², 4πr²। ਜੋ ਉੱਪਰ ਸੀ ਯਾਨੀ ਕਿ ਨਿਊਮੀਨੇਟਰ ਦੇ ਵਿੱਚ ਸੀ ਉੱਥੇ 7 ਲਿਖਿਆ ਜਾਊਗਾ ਅਤੇ ਡਿਨੋਮੀਨੇਟਰ ਦੇ ਵਿੱਚ 14। 4π ਨਾਲ 4π ਜੋ ਹਨ ਕੈਂਸਲ ਹੋ ਜਾਣਗੇ, ਤਾਂ ਸਾਡੇ ਕੋਲ ਆ ਜਾਏਗਾ 7 ਗੁਣਾ 7 ਬਟੇ ਯਾਨੀ ਕਿ ਡਿਨੋਮੀਨੇਟਰ ਦੇ ਵਿੱਚ 14 ਗੁਣਾ 14। ਤਾਂ ਜਦੋਂ ਇਹ ਅੱਗੇ ਕੈਂਸਲ ਆਊਟ ਹੁੰਦੇ ਨੇ, ਇਹ ਅੱਗੇ ਕੈਂਸਲ ਆਊਟ ਹੋ ਕੇ 1 ਗੁਣਾ 1
डिनोमीनेटर ਦੇ ਵਿੱਚ ਆ ਜਾਏਗਾ ਸਾਡੇ ਕੋਲ 2 ਗੁਣਾ 2। ਤਾਂ ਇਸ ਤਰ੍ਹਾਂ ਸਾਡੇ ਕੋਲ ਹੱਲ ਹੋਣ ਤੋਂ ਬਾਅਦ ਜੋ ਇਹਨਾਂ ਦਾ ਅਨੁਪਾਤ ਆ ਜਾਂਦਾ ਹੈ ਉਹ ਆ ਜਾਂਦਾ ਹੈ 1/4। ਇਸ ਤਰ੍ਹਾਂ ਅਸੀਂ ਦੋਹਾਂ ਸਥਿਤੀਆਂ ਦੇ ਵਿੱਚ ਜੋ ਬਕਰਤਲ ਸੀ ਉਸ ਦੇ ਖੇਤਰਫਲ ਦਾ ਅਨੁਪਾਤ ਪਤਾ ਕਰ ਸਕਦੇ ਹਾਂ। ਤਾਂ ਅਨੁਪਾਤ ਸਾਡੇ ਕੋਲ ਜੋ ਆ ਜਾਏਗਾ ਉਹ ਆ ਜਾਏਗਾ 1/4। ਹੁਣ ਅਸੀਂ ਕਰਦੇ ਹਾਂ ਆਇਤਨ। ਸਭ ਤੋਂ ਪਹਿਲਾਂ ਆਇਤਨ ਕੀ ਹੁੰਦਾ ਹੈ? ਕਿਸੇ ਵਸਤੂ ਦੇ ਵਿੱਚ ਕਿੰਨੀ ਚੀਜ਼ ਆ ਸਕਦੀ ਹੈ ਉਹ ਉਸ ਵਸਤੂ ਦਾ ਆਇਤਨ ਅਖਵਾਉਂਦੀ ਹੈ। ਜੇਕਰ ਸਾਡੇ ਕੋਲ ਇੱਕ ਕਮਰਾ ਹੈ, ਉਸ ਕਮਰੇ ਦੇ ਵਿੱਚ ਅਸੀਂ ਹਵਾ ਦੇਖਣੀ ਹੋਵੇ ਕਿ ਹਵਾ ਕਿੰਨੀ ਹੈ, ਜਾਂ ਉਸ ਕਮਰੇ ਨੂੰ ਕਿਸੇ ਚੀਜ਼ ਦੇ ਨਾਲ ਭਰਨਾ ਹੋਵੇ, ਤਾਂ ਉਹ ਜਿੰਨੀ ਚੀਜ਼ ਉਸ ਕਮਰੇ ਦੇ ਵਿੱਚ ਆ ਜਾਵੇਗੀ ਉਸ ਨੂੰ ਉਸਦਾ ਆਇਤਨ ਕਿਹਾ ਜਾਂਦਾ ਹੈ। ਤਾਂ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਘਨਾਭ ਦੀ। ਘਨਾਭ ਜਿਸ ਦੀ ਲੰਬਾਈ, ਚੌੜਾਈ ਅਤੇ ਉਚਾਈ ਅਲੱਗ-ਅਲੱਗ ਹੁੰਦੀ ਹੈ। ਤਾਂ ਘਨਾਭ ਦੀ ਲੰਬਾਈ ਯਾਨੀ ਕਿ L ਬਰਾਬਰ ਹੈ ਲੱਲਾ, ਚੌੜਾਈ B ਜਿਸ ਨੂੰ ਚੱਚੇ ਦੇ ਨਾਲ ਲਿਖਦੇ ਹਾਂ, ਅਤੇ ਘਨਾਭ ਦੀ ਉਚਾਈ ਯਾਨੀ ਕਿ H ਇਸ ਨੂੰ ਊ ਦੇ ਨਾਲ ਲਿਖਦੇ ਹਾਂ। ਤਾਂ ਘਨਾਭ ਦਾ ਆਇਤਨ ਕਿਸ ਦੇ ਬਰਾਬਰ ਆ ਜਾਏਗਾ? ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਇਸ ਤਰ੍ਹਾਂ ਇਹ ਆ ਜਾਏਗਾ LBH। ਇਸ ਦੀ ਉਦਾਹਰਨ ਅਸੀਂ ਜੋ ਹੈ ਸਾਡੇ ਘਰਾਂ ਦੇ ਵਿੱਚ ਮਠਿਆਈ ਵਾਲਾ ਜੋ ਡੱਬਾ ਹੁੰਦਾ ਹੈ ਉਹ ਵੀ ਹੋ ਸਕਦਾ ਹੈ। ਉਸ ਤੋਂ ਬਾਅਦ ਅਗਲਾ ਹੈ ਸਾਡੇ ਕੋਲ ਘਨ। ਘਨ ਕੀ ਹੁੰਦਾ ਹੈ? ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ, ਯਾਨੀ ਕਿ ਲੰਬਾਈ, ਚੌੜਾਈ ਅਤੇ ਉਚਾਈ ਜੋ ਹੈ ਉਹ ਬਰਾਬਰ ਹੈ। ਤਾਂ ਘਨ ਦਾ ਆਇਤਨ ਕਿੰਨਾ ਹੋ ਜਾਏਗਾ? ਲੰਬਾਈ ਦੀ ਜਗ੍ਹਾ ਤੇ ਵੀ A, ਚੌੜਾਈ ਦੀ ਜਗ੍ਹਾ ਤੇ ਵੀ A ਅਤੇ ਉਚਾਈ ਦੀ ਜਗ੍ਹਾ ਤੇ ਵੀ A। ਤਾਂ ਅਸੀਂ ਤਿੰਨਾਂ ਦੀ ਜਦੋਂ ਗੁਣਾ ਕਰਾਂਗੇ ਤਾਂ ਸਾਡੇ ਕੋਲ ਜੋ ਹੈ ਇਸ ਦਾ ਆਇਤਨ ਆ ਜਾਏਗਾ A⁻3, ਯਾਨੀ ਕਿ A³ ਜੋ ਹੈ ਸਾਡੇ ਕੋਲ ਘਨ ਦਾ ਆਇਤਨ ਆ ਜਾਏਗਾ। ਇਸ ਤਰ੍ਹਾਂ ਅਸੀਂ ਇਸ ਫਾਰਮੂਲੇ ਦੇ ਵਿੱਚ ਮੁੱਲ ਭਰ ਕੇ ਘਨ ਅਤੇ ਘਨਾਭ ਇਹਨਾਂ ਦੇ ਆਇਤਨ ਪਤਾ ਕਰ ਸਕਦੇ ਹਾਂ। ਹੁਣ ਅਸੀਂ ਇਸ ਦੇ ਨਾਲ ਦੇ ਮਿਲਦੇ ਜੁਲਦੇ ਕੁਝ ਸਵਾਲ ਹੱਲ ਕਰਾਂਗੇ। ਆਇਤਨ ਦਾ ਜੋ ਅਸੀਂ ਸਭ ਤੋਂ ਪਹਿਲਾ ਸਵਾਲ ਕਰਾਂਗੇ ਉਸ ਦੇ ਵਿੱਚ ਜੋ ਸਾਨੂੰ ਕਿਹਾ ਗਿਆ ਹੈ, ਇੱਕ ਘਨਾਭ ਆਕਾਰ ਪਾਣੀ ਦੀ ਟੈਂਕੀ 6 ਮੀਟਰ ਲੰਬੀ, 5 ਮੀਟਰ ਚੌੜੀ ਅਤੇ 4.5 ਮੀਟਰ ਡੂੰਘੀ ਹੈ। ਇਸ ਵਿੱਚ ਕਿੰਨੇ ਲੀਟਰ ਪਾਣੀ ਆ ਸਕਦਾ ਹੈ? ਤਾਂ ਜਿਸ ਤਰ੍ਹਾਂ ਕਿ ਸਾਨੂੰ ਪ੍ਰਸ਼ਨ ਦੇ ਵਿੱਚ ਕਿਹਾ ਹੋਇਆ ਹੈ ਕਿ ਸਾਡੇ ਕੋਲ ਇੱਕ ਘਨਾਭ ਆਕਾਰ ਦੀ ਟੈਂਕੀ ਹੈ ਜਿਸ ਦੀ ਸਾਨੂੰ ਲੰਬਾਈ, ਚੌੜਾਈ ਅਤੇ ਉਚਾਈ ਦਿੱਤੀ ਹੋਈ ਹੈ। ਅਸੀਂ ਇਸ ਨੂੰ ਪਾਣੀ ਦੇ ਨਾਲ ਭਰਨਾ ਹੈ ਅਤੇ ਪਤਾ ਕਰਨਾ ਹੈ ਕਿ ਇਸ ਦੇ ਵਿੱਚ ਕਿੰਨੇ ਲੀਟਰ ਪਾਣੀ ਆ ਜਾਏਗਾ। ਸਾਨੂੰ ਨਾਲ ਹੀ ਦਿੱਤਾ ਹੋਇਆ ਹੈ ਕਿ 1 ਮੀਟਰ ਕਿਊਬ ਬਰਾਬਰ ਹੁੰਦਾ ਹੈ 1000 ਲੀਟਰ ਦੇ, ਯਾਨੀ ਕਿ 1 ਮੀਟਰ ਕਿਊਬ ਦੇ ਵਿੱਚ 1000 ਲੀਟਰ ਪਾਣੀ ਆ ਜਾਂਦਾ ਹੈ। ਤਾਂ ਹੁਣ ਜਿਸ ਤਰ੍ਹਾਂ ਕਿ ਅਸੀਂ ਦੇਖ ਸਕਦੇ ਹਾਂ, ਘਨਾਭ ਆਕਾਰ ਟੈਂਕੀ ਦੀ ਲੰਬਾਈ ਕਿੰਨੀ ਹੈ? 6 ਮੀਟਰ। ਚੌੜਾਈ ਬਰਾਬਰ ਹੈ ਸਾਡੇ ਕੋਲ 5 ਮੀਟਰ ਅਤੇ ਇਸ ਦੀ ਉਚਾਈ ਬਰਾਬਰ ਹੈ 4.5 ਮੀਟਰ। ਹੁਣ ਅਸੀਂ ਇਸ ਘਨਾਭ ਆਕਾਰ ਟੈਂਕੀ ਦਾ ਜੋ ਹੈ ਉਹ ਆਇਤਨ ਪਤਾ ਕਰਾਂਗੇ। ਤਾਂ ਘਨਾਭ ਆਕਾਰ ਜੋ ਟੈਂਕੀ ਹੈ ਇਸ ਦਾ ਆਇਤਨ ਸਾਡੇ ਕੋਲ ਆਏਗਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਤਾਂ ਅਸੀਂ ਲੰਬਾਈ ਦੀ ਜਗ੍ਹਾ ਤੇ ਲੰਬਾਈ ਦਾ ਮੁੱਲ ਅਤੇ ਚੌੜਾਈ ਦੀ ਜਗ੍ਹਾ ਤੇ ਚੌੜਾਈ ਦਾ ਮੁੱਲ ਅਤੇ ਉਚਾਈ ਦੀ ਜਗ੍ਹਾ ਤੇ ਉਚਾਈ ਦਾ ਮੁੱਲ ਜੋ ਹੈ ਉਹ ਫਿਲ ਕਰ ਦੇਵਾਂਗੇ। ਤਾਂ ਅਸੀਂ ਜਦੋਂ ਇਹ ਮੁੱਲ ਫਿਲ ਕਰਾਂਗੇ, ਭਰਾਂਗੇ, ਤਾਂ ਸਾਡੇ ਕੋਲ ਆ ਜਾਏਗਾ 6 ਗੁਣਾ 5 ਗੁਣਾ 4.5 ਅਤੇ ਜਦੋਂ ਇਸ ਨੂੰ ਅੱਗੇ ਸੋਲਵ ਕਰਾਂਗੇ ਤਾਂ 6 ਗੁਣਾ 5 ਗੁਣਾ 45/10। ਕਿਉਂਕਿ ਸਾਡੇ ਕੋਲ ਬਿੰਦੂ ਲੱਗਿਆ ਸੀ, ਅਸੀਂ ਬਿੰਦੂ ਨੂੰ ਖਤਮ ਕੀਤਾ ਤਾਂ ਜੋ ਡਿਨੋਮੀਨੇਟਰ ਸੀ ਯਾਨੀ ਕਿ ਹਰ ਸੀ ਸਾਡੇ ਕੋਲ ਉਸ ਦੇ ਵਿੱਚ 10 ਆ ਗਿਆ। ਇਸ ਨੂੰ ਅਸੀਂ ਅੱਗੇ ਜੋ ਹੈ ਹੱਲ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 135 ਮੀਟਰ ਕਿਊਬ। ਹੁਣ ਪਾਣੀ ਕਿੰਨਾ ਆਏਗਾ ਟੈਂਕੀ ਦੇ ਵਿੱਚ? ਤਾਂ 1 ਮੀਟਰ ਕਿਊਬ ਵਿੱਚ ਕਿੰਨਾ ਹੁੰਦਾ ਹੈ? 1000 ਲੀਟਰ। ਤਾਂ ਅਸੀਂ ਇਸ ਨੂੰ 1000 ਦੇ ਨਾਲ ਜੋ ਹੈ ਉਹ ਮਲਟੀਪਲਾਈ ਕਰ ਦੇਵਾਂਗੇ। ਜਦੋਂ ਅਸੀਂ ਇਸ ਨੂੰ 1000 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ 135 ਗੁਣਾ 1000 ਤਾਂ ਸਾਡੇ ਕੋਲ ਆ ਜਾਏਗਾ 13,50,000 ਲੀਟਰ। ਤਾਂ ਸਾਡੇ ਕੋਲ ਜੋ ਪਾਣੀ ਦੀ ਟੈਂਕੀ ਹੈ ਉਸ ਦੇ ਵਿੱਚ ਕੁੱਲ ਪਾਣੀ ਆ ਜਾਏਗਾ 13,50,000 ਲੀਟਰ। ਅਗਲਾ ਜੋ ਸਵਾਲ ਅਸੀਂ ਹੱਲ ਕਰਾਂਗੇ
12 ਸੈਂਟੀਮੀਟਰ ਭੁਜਾ ਵਾਲੇ ਇੱਕ ਠੋਸ ਘਣ ਨੂੰ ਬਰਾਬਰ ਆਇਤਨ ਵਾਲੇ 8 ਠੋਸ ਘਣਾਂ ਦੇ ਵਿੱਚ ਕੱਟਿਆ ਜਾਂਦਾ ਹੈ। ਇਸ ਤਰ੍ਹਾਂ ਬਣੇ ਨਵੇਂ ਘਣ ਦੀ ਅਸੀਂ ਜੋ ਹੈ ਭੁਜਾ ਪਤਾ ਕਰਨੀ ਹੈ। ਤਾਂ ਸਾਨੂੰ ਇਸ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਸਾਡੇ ਕੋਲ ਇੱਕ ਵੱਡਾ ਘਣ ਹੈ ਜਿਸ ਦੀ ਹਰੇਕ ਭੁਜਾ 12 ਸੈਂਟੀਮੀਟਰ ਹੈ। ਅਸੀਂ ਇਸ ਘਣ ਨੂੰ 8 ਛੋਟੇ ਭਾਗਾਂ ਦੇ ਵਿੱਚ ਵੰਡ ਲਿਆ ਹੈ ਅਤੇ ਇਸ ਤਰ੍ਹਾਂ ਵੰਡਣ ਤੋਂ ਬਾਅਦ ਜੋ ਹਰੇਕ ਹੈ ਉਸ ਦੀ ਇੱਕ ਇੱਕ ਭੁਜਾ ਜੋ ਹੈ ਪਤਾ ਕਰਨੀ ਹੈ। ਤਾਂ ਹੁਣ ਇਸ ਨੂੰ ਹੱਲ ਕਰਨ ਦੇ ਲਈ ਸਭ ਤੋਂ ਪਹਿਲਾਂ ਘਣ ਦੀ ਭੁਜਾ ਬਰਾਬਰ ਹੈ 12 ਸੈਂਟੀਮੀਟਰ। ਤਾਂ ਅਸੀਂ ਇਸ ਦਾ ਆਇਤਨ ਪਤਾ ਕਰਾਂਗੇ, ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਕੀਤਾ ਸੀ ਕਿ ਆਇਤਨ ਜੋ ਹੈ ਘਣ ਦਾ ਉਹ ਹੁੰਦਾ ਹੈ ਭੁਜਾ ਦੀ ਪਾਵਰ 3, ਯਾਨੀ ਕਿ ਭੁਜਾ ਗੁਣਾ ਭੁਜਾ ਗੁਣਾ ਭੁਜਾ। ਹੁਣ ਸਾਡੇ ਕੋਲ ਜੋ ਘਣ ਦੀ ਭੁਜਾ ਦਿੱਤੀ ਹੋਈ ਹੈ ਉਹ ਹੈ 12 ਸੈਂਟੀਮੀਟਰ। ਤਾਂ ਅਸੀਂ ਇੱਥੇ ਲਿਖਾਂਗੇ 12 ਦੀ ਪਾਵਰ 3 ਨਾਲ ਸੈਂਟੀਮੀਟਰ ਕਿਊਬ। ਹੁਣ ਜੋ ਛੋਟੇ ਘਣ ਹਨ ਉਸ ਦੀ ਭੁਜਾ ਅਸੀਂ ਮੰਨ ਲੈਂਦੇ ਹਾਂ ਕਿ ਕਿੰਨੀ ਹੈ, A ਹੈ। ਤਾਂ ਘਣ ਦਾ ਆਇਤਨ ਕਿੰਨਾ ਆ ਜਾਏਗਾ, 8 ਛੋਟੇ ਘਣਾਂ ਦੇ ਆਇਤਨ ਦੇ ਬਰਾਬਰ ਆ ਜਾਏਗਾ, ਕਿਉਂਕਿ ਜੋ ਵੱਡਾ ਘਣ ਸੀ ਉਸ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ, 8 ਛੋਟੇ ਭਾਗਾਂ ਦੇ ਵਿੱਚ ਵੰਡਿਆ ਗਿਆ। ਤਾਂ ਵੱਡਾ ਘਣ ਜਿੰਨੀ ਜਗ੍ਹਾ ਰੋਕੇਗਾ, ਜਿੰਨੀ ਸਪੇਸ ਕਵਰ ਕਰੇਗਾ, ਉਹ ਕਿਸ ਦੇ ਬਰਾਬਰ ਹੋ ਜਾਏਗੀ, ਜਿੰਨੇ 8 ਛੋਟੇ ਘਣ ਦਾ ਆਇਤਨ ਹੋਵੇਗਾ। ਤਾਂ ਹੁਣ ਵੱਡੇ ਘਣ ਦਾ ਆਇਤਨ ਸਾਡੇ ਕੋਲ ਹੈ 12 ਗੁਣਾ 12 ਗੁਣਾ 12 ਬਰਾਬਰ ਹੈ 8 ਗੁਣਾ A ਦੀ ਪਾਵਰ 3, A ਯਾਨੀ ਕਿ ਛੋਟੇ ਘਣ ਦਾ ਭੁਜਾ। ਤਾਂ ਹੁਣ ਅਸੀਂ ਜਦੋਂ ਇਸ ਨੂੰ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਏਗਾ A ਦੀ ਪਾਵਰ 3 ਯਾਨੀ ਕਿ A ਗੁਣਾ A ਗੁਣਾ A ਬਰਾਬਰ ਹੈ 12 ਗੁਣਾ 12 ਗੁਣਾ 12 ਬਟੇ 8। ਇਸ ਨੂੰ ਅਸੀਂ ਕੈਂਸਲ ਆਊਟ ਕਰਾਂਗੇ ਤਾਂ ਸਾਡੇ ਕੋਲ ਜੋ ਆ ਜਾਏਗਾ A ਦੀ ਪਾਵਰ 3 ਬਰਾਬਰ ਹੈ 6 ਗੁਣਾ 6 ਗੁਣਾ 6। ਤਾਂ ਅਸੀਂ ਇਸ ਦਾ ਕਿਊਬ ਰੂਟ ਯਾਨੀ ਕਿ ਘਨ ਮੂਲ ਲਵਾਂਗੇ। ਘਨ ਮੂਲ ਲੈਣ ਤੋਂ ਬਾਅਦ ਸਾਡੇ ਕੋਲ ਜੋ A ਦਾ ਮੁੱਲ ਹੈ ਉਹ ਆ ਜਾਏਗਾ 6 ਸੈਂਟੀਮੀਟਰ। ਇਸ ਤਰ੍ਹਾਂ ਜੋ ਛੋਟਾ ਘਨ ਹੈ ਉਸ ਦੀ ਭੁਜਾ ਸਾਡੇ ਕੋਲ ਆ ਜਾਂਦੀ ਹੈ 6 ਸੈਂਟੀਮੀਟਰ ਦੇ ਬਰਾਬਰ। ਇਸ ਤੋਂ ਬਾਅਦ ਅਸੀਂ ਹੁਣ ਜੋ ਅਗਲੇ ਸਵਾਲ ਕਰਾਂਗੇ ਉਹ ਕਰਾਂਗੇ ਬੇਲਨ ਨਾਲ ਸੰਬੰਧਿਤ। ਸਭ ਤੋਂ ਪਹਿਲਾਂ ਬੇਲਨ ਕਿਸ ਤਰ੍ਹਾਂ ਦਾ ਹੁੰਦਾ ਹੈ, ਜਿਸ ਤਰ੍ਹਾਂ ਕਿ ਸਾਡੇ ਘਰਾਂ ਦੇ ਵਿੱਚ ਸਿਲੰਡਰ ਹੁੰਦੇ ਹਨ, ਉਹ ਸਿਲੰਡਰੀਕਲ ਸ਼ੇਪ, ਉਸ ਨੂੰ ਸਿਲੰਡਰ ਵੀ ਕਿਹਾ ਜਾਂਦਾ ਹੈ। ਤਾਂ ਇਹ ਬੇਲਨ ਇਸ ਆਕਾਰ ਦੇ ਹੁੰਦੇ ਹਨ, ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਦੇ ਵਿੱਚ ਵੀ ਦੇਖ ਸਕਦੇ ਹੋ। ਤਾਂ ਹੁਣ ਇਸ ਦੇ ਵਿੱਚ ਇੱਕ ਅਰਧ ਵਿਆਸ ਹੁੰਦਾ ਹੈ ਜਿਸ ਨੂੰ ਅਸੀਂ ਆਰ ਦੇ ਨਾਲ ਲਿਖਦੇ ਹਾਂ, ਅਤੇ ਇਸ ਦੀ ਇੱਕ ਉਚਾਈ ਹੁੰਦੀ ਹੈ ਜਿਸ ਨੂੰ ਅਸੀਂ ਐਚ ਦੇ ਨਾਲ ਲਿਖਦੇ ਹਾਂ। ਤਾਂ ਬੇਲਨ ਦਾ ਜੋ ਅਰਧ ਵਿਆਸ ਹੈ ਉਹ ਕਿੰਨਾ ਹੈ, ਸਾਡੇ ਕੋਲ ਆਰ ਹੈ, ਇਸ ਦੀ ਉਚਾਈ ਐਚ। ਤਾਂ ਹੁਣ ਬੇਲਨ ਦਾ ਆਇਤਨ ਦਾ ਜੋ ਸਾਡੇ ਕੋਲ ਸੂਤਰ ਹੁੰਦਾ ਹੈ ਉਹ ਹੁੰਦਾ ਹੈ ਪਾਈ ਆਰ ਸਕੁਏਅਰ ਐਚ। ਪਾਈ ਦਾ ਮੁੱਲ ਸਾਨੂੰ ਪਤਾ ਹੀ ਹੈ ਕਿ 22/7 ਆਰ ਸਕੁਏਅਰ ਐਚ। ਇਸ ਤੋਂ ਬਾਅਦ ਜੋ ਨੈਕਸਟ ਆਕ੍ਰਿਤੀ ਸਾਡੇ ਕੋਲ ਹੈ ਉਹ ਹੈ ਸ਼ੰਕੂ। ਸ਼ੰਕੂ ਜਿਸ ਤਰ੍ਹਾਂ ਕਿ ਅਸੀਂ ਅਕਸਰ ਦੇਖਦੇ ਹਾਂ ਕੋਨ, ਆਈਸਕ੍ਰੀਮ ਵਾਲੀ ਕੋਨ ਵੀ ਹੋ ਸਕਦੀ ਹੈ। ਤਾਂ ਇਸ ਦੇ ਵਿੱਚ ਅਰਧ ਵਿਆਸ ਜੋ ਸਾਡੇ ਕੋਲ ਹੈ ਆਰ, ਸ਼ੰਕੂ ਦੀ ਉਚਾਈ ਜੋ ਹੈ ਸਾਡੇ ਕੋਲ ਐਚ। ਤਾਂ ਇਸ ਦਾ ਜੋ ਆਇਤਨ ਦਾ ਸੂਤਰ ਆ ਜਾਂਦਾ ਹੈ 1/3 ਪਾਈ ਆਰ ਸਕੁਏਅਰ ਐਚ। ਤਾਂ ਪਿਆਰੇ ਬੱਚੋ, ਜਦੋਂ ਅਸੀਂ ਸੇਮ ਹਾਈਟ ਅਤੇ ਸੇਮ ਰੇਡੀਅਸ ਯਾਨੀ ਕਿ ਅਰਧ ਵਿਆਸ ਦਾ ਇੱਕ ਸ਼ੰਕੂ ਲੈਂਦੇ ਹਾਂ ਅਤੇ ਇੱਕ ਅਸੀਂ ਬੇਲਨ ਲੈਂਦੇ ਹਾਂ, ਤਾਂ ਸ਼ੰਕੂ ਦਾ ਆਇਤਨ ਬੇਲਨ ਦੇ ਆਇਤਨ ਦੇ 1/3 ਹਿੱਸੇ ਦੇ ਬਰਾਬਰ ਹੁੰਦਾ ਹੈ। ਜਾਂ ਅਸੀਂ ਕਹਿ ਸਕਦੇ ਹਾਂ ਕਿ ਸੇਮ ਹਾਈਟ ਅਤੇ ਸੇਮ ਰੇਡੀਅਸ ਦੇ ਜੇਕਰ ਸਾਡੇ ਕੋਲ ਬੇਲਨ ਅਤੇ ਸ਼ੰਕੂ ਹੋਣ ਤਾਂ ਬੇਲਨ ਦਾ ਆਇਤਨ ਸ਼ੰਕੂ ਦੇ ਆਇਤਨ ਦੇ 3 ਗੁਣਾ ਦੇ ਬਰਾਬਰ ਹੋਵੇਗਾ। ਹੁਣ ਅਸੀਂ ਇਸ ਦੇ ਨਾਲ ਦੇ ਕੁਝ ਸਵਾਲ ਜੋ ਹਨ ਉਹ ਹੱਲ ਕਰਾਂਗੇ। ਤਾਂ ਸਾਡੇ ਕੋਲ ਜੋ ਸਭ ਤੋਂ ਪਹਿਲਾ ਸਵਾਲ ਆ ਜਾਂਦਾ ਹੈ ਉਸ ਦੇ ਵਿੱਚ ਇੱਕ ਬੇਲਨਾਕਾਰ ਬਰਤਨ ਦੇ ਆਧਾਰ ਦਾ ਪਰਿਮਾਪ 132 ਸੈਂਟੀਮੀਟਰ ਅਤੇ ਉਸ ਦੀ ਉਚਾਈ 25 ਸੈਂਟੀਮੀਟਰ ਹੈ। ਇਸ ਬਰਤਨ ਵਿੱਚ ਕਿੰਨੇ ਲੀਟਰ ਪਾਣੀ ਆ ਸਕਦਾ ਹੈ? ਤਾਂ ਸਾਨੂੰ ਜਿਸ ਤਰ੍ਹਾਂ ਕਿ ਦਿੱਤਾ ਹੋਇਆ ਹੈ ਕਿ 1000 ਸੈਂਟੀਮੀਟਰ ਕਿਊਬ ਬਰਾਬਰ ਹੈ 1 ਲੀਟਰ ਦੇ।
सब तो पहला सानू की दिता है एक बेलनाकार बर्तन का आधार। जो बेलनाकार बर्तन है उसका जो आधार की गल करिए तो वह एक चक्राकार पार्ट होंदा है, चक्राकार हिस्सा होंदा है। तो जो चक्कर का परिमाप होंदा है वह होंदा है 2 पाई आर। तो 2 पाई आर बराबर है 132 दे। तो पाई का मुल जो असी विच भरते हाँ तो साढ़े कोल आ जाता है 2 गुणा 22/7 गुणा आर बराबर है 132 दे। ਅਤੇ ਜਦੋਂ ਅਸੀਂ ਆਰ ਦਾ ਮੁੱਲ ਪਤਾ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 132 ਗੁਣਾ 7/22 ਗੁਣਾ 1/2। ਜਦੋਂ ਅਸੀਂ ਇਸ ਦੇ ਵਿੱਚੋਂ ਟਰਮ ਜੋ ਹਨ ਉਹ ਕੈਂਸਲ ਆਊਟ ਕਰਦੇ ਹਾਂ ਤਾਂ ਕੈਂਸਲ ਆਊਟ ਕਰਨ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਇਹ 21 ਸੈਂਟੀਮੀਟਰ। ਤਾਂ ਸਾਡੇ ਕੋਲ ਜੋ ਬੇਲਨਾਕਾਰ ਬਰਤਨ ਹੈ ਉਸ ਦਾ ਜੋ ਉਧਾਰ ਹੈ ਉਸ ਦਾ ਅਰਧ ਵਿਆਸ ਸਾਡੇ ਕੋਲ ਆ ਜਾਂਦਾ ਹੈ 21 ਸੈਂਟੀਮੀਟਰ ਅਤੇ ਇਸ ਦੀ ਉਚਾਈ ਸਾਨੂੰ ਦਿੱਤੀ ਹੋਈ ਹੈ 25 ਸੈਂਟੀਮੀਟਰ। ਹੁਣ ਅਸੀਂ ਪਤਾ ਕਰਾਂਗੇ ਇਸ ਦਾ ਆਇਤਨ। ਤਾਂ ਹੁਣ ਬੇਲਨਾਕਾਰ ਬਰਤਨ ਹੈ, ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਕੀਤਾ ਹੈ ਕਿ ਬੇਲਣ ਦਾ ਜੋ ਆਇਤਨ ਹੁੰਦਾ ਹੈ ਉਹ ਹੁੰਦਾ ਹੈ ਪਾਈ ਆਰ ਸਕੁਏਅਰ ਐਚ। ਪਾਈ ਆਰ ਸਕੁਏਅਰ ਐਚ ਯਾਨੀ ਕਿ 22/7। ਆਰ ਦੀ ਜਗ੍ਹਾ 'ਤੇ ਅਸੀਂ ਆਰ ਦਾ ਮੁੱਲ ਜੋ ਅਸੀਂ ਪਤਾ ਕੀਤਾ ਹੈ 21 ਉਹ ਭਰਾਂਗੇ ਤਾਂ ਸਾਡੇ ਕੋਲ ਆ ਜਾਏਗਾ 21 ਗੁਣਾ 21। ਉਚਾਈ ਦੀ ਜਗ੍ਹਾ 'ਤੇ ਅਸੀਂ 25 ਭਰਾਂਗੇ ਅਤੇ ਜਦੋਂ ਅਸੀਂ ਇਸ ਨੂੰ ਹੱਲ ਕਰਾਂਗੇ ਤਾਂ ਸਾਡੇ ਕੋਲ ਆ ਜਾਂਦਾ ਹੈ 66 ਗੁਣਾ 21 ਗੁਣਾ 25 ਅਤੇ ਸਾਰੇ ਨੂੰ ਹੱਲ ਕਰਨ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ 34,650 ਸੈਂਟੀਮੀਟਰ ਦੀ ਪਾਵਰ 3। ਹੁਣ ਜਿਸ ਤਰ੍ਹਾਂ ਕਿ ਸਾਨੂੰ ਪਹਿਲਾਂ ਦਿੱਤਾ ਹੋਇਆ ਹੈ ਕਿ 1000 ਸੈਂਟੀਮੀਟਰ ਕਿਊਬ ਕਿਸ ਦੇ ਬਰਾਬਰ ਹੈ 1 ਲੀਟਰ ਦੇ ਬਰਾਬਰ ਹੈ, ਤਾਂ ਬਰਤਨ ਵਿੱਚ ਕਿੰਨਾ ਪਾਣੀ ਆ ਜਾਏਗਾ 34,650 ਬਟੇ 1000 ਯਾਨੀ ਕਿ 34.650 ਲੀਟਰ ਸਾਡੇ ਕੋਲ ਬਰਤਨ ਦੇ ਵਿੱਚ ਪਾਣੀ ਆ ਜਾਏਗਾ। ਇਸ ਤਰ੍ਹਾਂ ਅਸੀਂ ਜੋ ਸਾਡਾ ਬਰਤਨ ਹੈ ਉਸ ਦੇ ਵਿੱਚ ਅਸੀਂ ਬੇਲਨਾਕਾਰ ਆਕ੍ਰਿਤੀ ਵਾਲੇ ਬਰਤਨ ਦੇ ਵਿੱਚ ਕਿੰਨਾ ਪਾਣੀ ਪਾ ਸਕਦੇ ਹਾਂ ਜਾਂ ਉਸ ਦਾ ਕਿੰਨਾ ਆਇਤਨ ਹੋਵੇਗਾ ਉਹ ਪਤਾ ਕਰ ਸਕਦੇ ਹਾਂ। ਹੁਣ ਅਸੀਂ ਜੋ ਅਗਲਾ ਸਵਾਲ ਕਰਾਂਗੇ ਇਸ ਦੇ ਵਿੱਚ ਅਸੀਂ ਇੱਕ ਸ਼ੰਕੂ ਦਾ ਜੋ ਆਇਤਨ ਹੈ ਉਹ ਪਤਾ ਕਰਾਂਗੇ। ਸਾਨੂੰ ਪ੍ਰਸ਼ਨ ਦੇ ਵਿੱਚ ਕਿਹਾ ਹੈ ਕਿ ਇੱਕ ਸ਼ੰਕੂ ਦੇ ਆਧਾਰ ਦਾ ਅਰਧ ਵਿਆਸ 7 ਸੈਂਟੀਮੀਟਰ ਹੈ ਅਤੇ ਉਚਾਈ 15 ਸੈਂਟੀਮੀਟਰ ਹੈ, ਤਾਂ ਇਸ ਦਾ ਆਇਤਨ ਪਤਾ ਕਰੋ। ਜਿਸ ਤਰ੍ਹਾਂ ਕਿ ਸਾਨੂੰ ਤਸਵੀਰ ਵਿੱਚ ਦਿਖ ਰਿਹਾ ਹੈ ਇੱਕ ਸ਼ੰਕੂ ਹੈ ਸਾਡੇ ਕੋਲ ਜਿਸ ਦੇ ਆਧਾਰ ਦਾ ਅਰਧ ਵਿਆਸ 7 ਸੈਂਟੀਮੀਟਰ ਹੈ ਅਤੇ ਉਚਾਈ ਜੋ ਹੈ ਉਹ 15 ਸੈਂਟੀਮੀਟਰ ਹੈ। ਤਾਂ ਅਸੀਂ ਜੋ ਪਹਿਲਾਂ ਕੀਤਾ ਹੈ ਫਾਰਮੂਲਾ ਉਸ ਦੇ ਅਕੋਰਡਿੰਗ ਜੋ ਸ਼ੰਕੂ ਹੁੰਦਾ ਹੈ ਉਸ ਦਾ ਜੋ ਆਇਤਨ ਹੁੰਦਾ ਹੈ ਉਹ ਹੁੰਦਾ ਹੈ 1/3 ਪਾਈ ਆਰ ਸਕੁਏਅਰ ਐਚ। ਤਾਂ ਹੁਣ ਜੋ ਮੁੱਲ ਸਾਨੂੰ ਪਤਾ ਹਨ ਉਹ ਅਸੀਂ ਇਸ ਇਕੁਏਸ਼ਨ ਦੇ ਵਿੱਚ ਇਸ ਫਾਰਮੂਲੇ ਦੇ ਵਿੱਚ ਪੁੱਟ ਕਰ ਦੇਵਾਂਗੇ ਤਾਂ ਸਾਡੇ ਕੋਲ ਆ ਜਾਏਗਾ 1/3 ਗੁਣਾ 22/7। ਆਰ ਦੀ ਜਗ੍ਹਾ ਤੇ ਸਾਡੇ ਕੋਲ ਆ ਜਾਏਗਾ 7 ਗੁਣਾ 7 ਗੁਣਾ 15। ਜਦੋਂ ਅਸੀਂ ਇਸ ਨੂੰ ਅੱਗੇ ਹੱਲ ਕਰਦੇ ਹਾਂ ਤਾਂ ਸਾਡੇ ਕੋਲ 7 ਨਾਲ ਜੋ 7 ਹੈ ਉਹ ਕੈਂਸਲ ਆਊਟ ਹੋ ਜਾਏਗਾ ਤਾਂ ਸਾਡੇ ਕੋਲ ਜੋ ਬਾਕੀ ਬਚ ਜਾਏਗਾ ਉਹ ਆ ਜਾਏਗਾ 1 ਗੁਣਾ 22 ਗੁਣਾ 7 ਗੁਣਾ 15 ਬਟੇ 3। ਹੁਣ ਜਦੋਂ ਅਸੀਂ ਅੱਗੇ ਇਸ ਨੂੰ ਫੇਰ ਦੇਖਦੇ ਹਾਂ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 770 ਸੈਂਟੀਮੀਟਰ ਕਿਊਬ। ਇਸ ਤਰ੍ਹਾਂ ਅਸੀਂ ਇੱਕ ਸ਼ੰਕੂ ਦਾ ਆਇਤਨ ਪਤਾ ਕਰ ਸਕਦੇ ਹਾਂ ਜੇਕਰ ਸਾਨੂੰ ਸ਼ੰਕੂ ਦੇ ਵਿੱਚ ਅਰਧ ਵਿਆਸ ਅਤੇ ਇਸ ਦੀ ਉਚਾਈ ਦਿੱਤੀ ਹੋਵੇ। ਇਸੇ ਤਰ੍ਹਾਂ ਦਾ ਇੱਕ ਹੋਰ ਸਵਾਲ ਕਰਾਂਗੇ ਜਿਸ ਦੇ ਵਿੱਚ ਇਸ ਦੇ ਨਾਲੋਂ ਉਲਟ ਹੋਏਗਾ ਮੀਨ ਸਾਨੂੰ ਕੁਐਸਚਨ ਦੇ ਵਿੱਚ ਉਸ ਦਾ ਆਇਤਨ ਦਿੱਤਾ ਹੋਇਆ ਹੈ, ਉਸ ਦੀ ਜੋ ਅਰਧ ਵਿਆਸ ਹੈ ਉਹ ਅਸੀਂ ਪਤਾ ਕਰਨਾ ਹੈ, ਨਾਲ ਸਾਨੂੰ ਪ੍ਰਸ਼ਨ ਦੇ ਵਿੱਚ ਉਚਾਈ ਦਿੱਤੀ ਹੋਈ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਉਹ ਟਰਮ ਦੇਖਦੇ ਹਾਂ। ਉਸ ਦੇ ਵਿੱਚ ਸਾਨੂੰ ਕਿਹਾ ਹੈ ਕਿ ਇੱਕ ਸ਼ੰਕੂ ਦੀ ਉਚਾਈ 15 ਸੈਂਟੀਮੀਟਰ ਹੈ ਜੇਕਰ ਇਸ ਦਾ ਆਇਤਨ 1570 ਸੈਂਟੀਮੀਟਰ ਕਿਊਬ ਹੋਵੇ ਤਾਂ ਇਸ ਦਾ ਅਰਧ ਵਿਆਸ ਪਤਾ ਕਰੋ। ਤਾਂ ਸਾਨੂੰ ਇਸ ਕੁਐਸਚਨ ਦੇ ਵਿੱਚ ਇੱਕ ਹੋਰ ਕੰਡੀਸ਼ਨ ਦਿੱਤੀ ਹੈ ਕਿ ਪਾਈ ਦਾ ਮੁੱਲ ਜੋ ਹੈ 3.14 ਅਸੀਂ ਫਿਲ ਕਰਨਾ ਹੈ। ਵੈਸੇ ਪਿਆਰੇ ਬੱਚੋ ਪਾਈ ਦੇ ਬਹੁਤ ਸਾਰੇ ਮੁੱਲ ਹੁੰਦੇ ਹਨ ਪਰ ਅਸੀਂ ਅਕਸਰ ਪਾਈ ਦਾ ਜੋ ਮੁੱਲ ਵਰਤਦੇ ਹਾਂ ਯੂਜ਼ ਕਰਦੇ ਹਾਂ ਉਹ ਹੁੰਦਾ ਹੈ 22/7। ਤਾਂ ਹੁਣ
जो 22/7 है ਉਹ ਅਸੀਂ ਕਿਸੇ ਵੀ ਟਰਮ ਦੇ ਵਿੱਚ ਕਿਸੇ ਵੀ ਕੁਐਸਚਨ ਵਿੱਚ ਯੂਜ਼ ਕਰ ਸਕਦੇ ਹਾਂ। ਪਰ ਜੇਕਰ ਸਾਨੂੰ ਕੋਈ ਹੋਰ ਮੁੱਲ ਕਿਹਾ ਹੋਵੇ ਤਾਂ ਅਸੀਂ ਉੱਥੇ ਸਿਰਫ ਜੋ ਕਿਹਾ ਹੋਇਆ ਮੁੱਲ ਹੈ ਉਹੀ ਫਿਲ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਕਿ ਇਸ ਕੁਐਸਚਨ ਦੇ ਵਿੱਚ ਕਿਹਾ ਹੈ, ਸਾਨੂੰ ਕਿਹਾ ਹੈ ਕਿ ਪਾਈ ਦਾ ਮੁੱਲ 3.14 ਫਿਲ ਕਰਨਾ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਸ਼ੰਕੂ ਦੇ ਆਧਾਰ ਦਾ ਅਰਧ ਵਿਆਸ ਬਰਾਬਰ ਹੈ r। ਸ਼ੰਕੂ ਦੇ ਆਧਾਰ ਦੀ ਉਚਾਈ बराबर है 15 सेंटीमीटर, आयतन 1570 सेंटीमीटर क्यूब। सानू पता है कि शंकु का जो आयतन हुंदा है वो हुंदा है 1/3 पाई आर स्क्वेयर एच। तो हुण असी आर का मुल जो है वो फिल कर पता करना है। तो आर स्क्वेयर बराबर है 1570 गुना 100 बटे 314 गुना 3 गुना 15। ਤਾਂ ਹੁਣ ਕਿਉਂਕਿ ਅਸੀਂ ਆਰ ਦੀ ਜਗ੍ਹਾ 'ਤੇ ਆਰ ਦਾ ਮੁੱਲ ਫਿਲ ਕਰਨਾ ਪਤਾ ਕਰਨਾ ਹੈ ਤਾਂ ਅਸੀਂ ਸਾਰੇ ਜੋ ਹਨ ਕੈਂਸਲ ਆਊਟ ਹੁੰਦੇ ਹਨ, ਜੋ ਟਰਮਸ ਉਹਨਾਂ ਨੂੰ ਕੈਂਸਲ ਆਊਟ ਕਰਦੇ ਹਾਂ। ਤਾਂ 314 ਜੋ ਹੈ 1570 ਨਾਲ ਕੈਂਸਲ ਹੋ ਕੇ ਸਾਡੇ ਕੋਲ ਆ ਜਾਂਦੇ ਹਨ 5। ਜੋ 100 ਹੈ ਇਸ ਨੂੰ ਅਸੀਂ ਲਿਖ ਸਕਦੇ ਹਾਂ 10 ਗੁਣਾ 10। 3 ਉਸੇ ਤਰ੍ਹਾਂ ਹੀ ਅਤੇ ਜੋ ਡਿਨੋਮੀਨੇਟਰ ਦੇ ਵਿੱਚ 15 ਸੀ ਉਸ ਨੂੰ ਅਸੀਂ ਲਿਖ ਲਿੱਤਾ 3 ਗੁਣਾ 5। ਤਾਂ 5 ਨਾਲ 5 ਕੈਂਸਲ ਹੋ ਜਾਂਦੇ ਹਨ ਅਤੇ 3 ਨਾਲ 3। ਸਾਡੇ ਕੋਲ ਜੋ ਟਰਮ ਬਚ ਜਾਂਦੀ ਹੈ ਉਹ ਬਚ ਜਾਂਦੀ ਹੈ 10 ਗੁਣਾ 10, ਜਿਸ ਦੇ ਵਿੱਚੋਂ ਸਾਡੇ ਕੋਲ ਜੋ ਅਰਧ ਵਿਆਸ ਹੈ ਉਹ ਆ ਜਾਂਦਾ ਹੈ 10 ਸੈਂਟੀਮੀਟਰ। ਇਸ ਤਰ੍ਹਾਂ ਪਿਆਰੇ ਬੱਚੋ ਅਸੀਂ ਦਿੱਤੀ ਹੋਈ ਟਰਮ ਦੇ ਵਿੱਚੋਂ ਜੋ ਦੂਸਰੀ ਚੀਜ਼ ਹੈ ਉਹ ਵੀ ਪਤਾ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਇਹ ਸਵਾਲ ਹੱਲ ਕਰਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਗੋਲੇ ਦੀ। ਗੋਲਾ ਜਿਸ ਤਰ੍ਹਾਂ ਕਿ ਅਸੀਂ ਕ੍ਰਿਕਟ ਖੇਡਦੇ ਹਾਂ ਜਾਂ ਫੁੱਟਬਾਲ ਖੇਡਦੇ ਹਾਂ ਤਾਂ ਜੋ ਉਹ ਕ੍ਰਿਕਟ ਦੀ ਗੇਂਦ ਹੁੰਦੀ ਹੈ ਜਾਂ ਸਾਡੇ ਕੋਲ ਫੁੱਟਬਾਲ ਹੁੰਦੀ ਹੈ ਉਹ ਗੋਲਾਕਾਰ ਆਕਾਰ ਦੀ ਹੁੰਦੀ ਹੈ ਅਤੇ ਉਹ ਕਿੰਨਾ ਥਾਂ ਘੇਰਦੀ ਹੈ ਉਹ ਜੋ ਹੈ ਉਸ ਗੋਲੇ ਦਾ ਜਾਂ ਕ੍ਰਿਕਟ ਦੀ ਗੇਂਦ ਦਾ ਆਇਤਨ ਹੁੰਦਾ ਹੈ। ਹੁਣ ਇਸ ਦਾ ਸੂਤਰ ਗੋਲੇ ਦਾ ਜੋ ਆਇਤਨ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ 4/3 ਪਾਈ ਆਰ ਦੀ ਪਾਵਰ 3 ਦੇ। ਉਸ ਤੋਂ ਬਾਅਦ ਜੋ ਸਾਡੇ ਕੋਲ ਅਗਲੀ ਆਕ੍ਰਿਤੀ ਹੈ ਉਹ ਹੈ ਅਰਧਗੋਲਾ। ਅਰਧਗੋਲਾ ਪਿਆਰੇ ਬੱਚੋ ਅਸੀਂ ਪਹਿਲਾਂ ਵੀ ਕੀਤਾ ਹੈ ਕਿ ਜਦੋਂ ਗੋਲੇ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਲਿਆ ਜਾਵੇ ਤਾਂ ਉਹ ਅਰਧਗੋਲਾ ਅਖਵਾਉਂਦਾ ਹੈ। ਅਸੀਂ ਜੇਕਰ ਇੱਥੇ ਗੱਲ ਕਰੀਏ ਕਿ ਅਸੀਂ ਇੱਕ ਗੋਲੇ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਲਿਆ ਤਾਂ ਇਸ ਤੋਂ ਵੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਦਾ ਜੋ ਆਇਤਨ ਹੋਵੇਗਾ ਗੋਲੇ ਦੇ ਆਇਤਨ ਤੋਂ ਅੱਧ ਹੋਵੇਗਾ। ਤਾਂ ਇਸ ਲਈ ਇਸ ਦੇ ਜੋ ਆਇਤਨ ਦਾ ਸੂਤਰ ਹੈ ਉਹ ਹੈ 2/3 ਪਾਈ ਆਰ ਦੀ ਪਾਵਰ 3। ਤਾਂ ਇਹ ਸੂਤਰ ਦੀ ਵਰਤੋਂ ਕਰਕੇ ਅਸੀਂ ਅਰਧ ਗੋਲੇ ਦਾ ਜੋ ਆਇਤਨ ਹੈ ਉਹ ਪਤਾ ਕਰ ਸਕਦੇ ਹਾਂ। ਸਭ ਤੋਂ ਪਹਿਲੇ ਸਵਾਲ ਦੇ ਵਿੱਚ ਇੱਕ ਅਰਧ ਗੋਲਾਕਾਰ ਕਟੋਰੇ ਦਾ ਅਰਧ ਵਿਆਸ 3.5 ਸੈਂਟੀਮੀਟਰ ਹੈ। ਇਸ ਦੇ ਅੰਦਰ ਕਿੰਨਾ ਪਾਣੀ ਆ ਸਕਦਾ ਹੈ। ਤਾਂ ਹੁਣ ਪਿਆਰੇ ਬੱਚੋ ਸਾਨੂੰ ਇਸ ਕੁਐਸਚਨ ਦੇ ਵਿੱਚ ਕਿਹਾ ਹੈ ਕਿ ਸਾਡੇ ਕੋਲ ਇੱਕ ਕਟੋਰੀ ਹੈ ਜਿਸ ਨੂੰ ਅਸੀਂ ਬਾਉਲ ਵੀ ਕਹਿੰਦੇ ਹਾਂ। ਤਾਂ ਅਸੀਂ ਉਸ ਦੇ ਵਿੱਚ ਪਾਣੀ ਭਰਨਾ ਹੈ। ਇਸ ਦੇ ਵਿੱਚ ਕਿੰਨਾ ਪਾਣੀ ਆ ਜਾਏਗਾ। ਤਾਂ ਸਾਨੂੰ ਸਭ ਤੋਂ ਪਹਿਲਾਂ ਕੀ ਦਿੱਤਾ ਹੈ, ਜੋ ਕਟੋਰੀ ਹੈ ਉਸ ਦਾ ਅਰਧ ਵਿਆਸ ਦਿੱਤਾ ਹੈ ਬਰਾਬਰ ਹੈ 3.5 ਸੈਂਟੀਮੀਟਰ। ਸਾਨੂੰ ਪਤਾ ਹੈ ਅਰਧ ਗੋਲੇ ਦਾ ਆਇਤਨ ਹੁੰਦਾ ਹੈ 2/3 ਪਾਈ ਆਰ ਦੀ ਪਾਵਰ 3 ਦੇ ਬਰਾਬਰ। ਤਾਂ ਇਸ ਤਰ੍ਹਾਂ ਅਸੀਂ ਇੱਥੇ ਜੋ ਵੀ ਸਾਨੂੰ ਮੁੱਲ ਪਤਾ ਹਨ ਉਹ ਇਸ ਦੇ ਵਿੱਚ ਭਰ ਦੇਵਾਂਗੇ। ਪਾਈ ਦਾ ਮੁੱਲ ਸਾਨੂੰ ਪਤਾ ਹੈ 22/7 ਅਤੇ ਆਰ ਦਾ ਜੋ ਮੁੱਲ ਹੈ ਉਹ 3.5 ਹੈ। ਕਿਉਂਕਿ ਆਰ ਦੀ ਪਾਵਰ 3 ਹੈ ਇਸ ਲਈ ਅਸੀਂ ਆਰ ਦਾ ਮੁੱਲ ਜੋ ਹੈ ਉਹ 3 ਵਾਰ ਇਸ ਕੁਐਸਚਨ ਦੇ ਵਿੱਚ ਫਿਲ ਕਰਾਂਗੇ, ਯਾਨੀ ਕਿ 2/3 ਗੁਣਾ 22/7 ਗੁਣਾ 3.5 ਗੁਣਾ 3.5 ਗੁਣਾ 3.5। ਜਦੋਂ ਅਸੀਂ ਇਸ ਨੂੰ ਅੱਗੇ ਹੱਲ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਅਸੀਂ 3.5 ਹੈ ਉਸ ਨੂੰ ਖਤਮ ਕਰਨਾ ਹੈ। ਤਾਂ ਅਸੀਂ ਉਸ ਦੀ ਜਗ੍ਹਾ 'ਤੇ ਲਿਖ ਦੇਵਾਂਗੇ 2 ਗੁਣਾ 22 ਗੁਣਾ 35 ਗੁਣਾ 35 ਗੁਣਾ 35। ਡਿਨੋਮੀਨੇਟਰ ਦੇ ਵਿੱਚ ਲਿਖਾਂਗੇ 3 ਗੁਣਾ 7, ਜੋ ਬਿੰਦੂ ਸੀ ਉਹ ਖਤਮ ਕਰਕੇ ਬਟੇ 10 ਲੱਗ ਜਾਏਗਾ 10 ਗੁਣਾ 10 ਗੁਣਾ 10। ਤਾਂ ਹੁਣ ਅਸੀਂ ਦੇਖਦੇ ਹਾਂ ਕਿ 35 ਅਤੇ 10 ਆਪਸ ਵਿੱਚ ਕੈਂਸਲ ਆਊਟ ਹੁੰਦੇ ਹਨ 5 ਦੇ ਟੇਬਲ 'ਤੇ। ਤਾਂ ਅਸੀਂ ਲਿਖਾਂਗੇ ਜਦੋਂ 5 ਦੇ ਟੇਬਲ 'ਤੇ ਇਸ ਨੂੰ ਕੈਂਸਲ ਕਰਦੇ ਹਾਂ ਤਾਂ ਨਿਊਮੀਨੇਟਰ ਦੇ ਵਿੱਚ ਯਾਨੀ ਕਿ ਅੰਸ਼ ਦੇ ਵਿੱਚ ਆ ਜਾਏਗਾ 7 ਅਤੇ ਹਰ ਦੇ ਵਿੱਚ ਆ ਜਾਏਗਾ 2। ਤਾਂ ਸਾਡੇ ਕੋਲ ਜੋ ਟਰਮ ਬਚ ਜਾਏਗੀ ਉਹ ਬਚ ਜਾਏਗੀ 2 ਗੁਣਾ 22 ਗੁਣਾ 7
ਗੁਣਾ 7 ਗੁਣਾ 7 ਬਟੇ ਜਾਨੀ ਕਿ ਡਿਨੋਮੀਨੇਟਰ ਦੇ ਵਿੱਚ 3 ਗੁਣਾ 7 ਗੁਣਾ 2 ਗੁਣਾ 2। ਇਸ ਤਰ੍ਹਾਂ ਅਸੀਂ ਇਸ ਨੂੰ ਅੱਗੇ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਏਗਾ 539 ਬਟਾ 6। ਜਦੋਂ ਅਸੀਂ ਇਸ ਨੂੰ ਡਿਵਾਈਡ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 89.8 ਸੈਂਟੀਮੀਟਰ ਕਿਊਬ, ਯਾਨੀ ਕਿ 99.8 ਸੈਂਟੀਮੀਟਰ ਦੀ ਪਾਵਰ 3। ਇਸ ਤਰ੍ਹਾਂ ਅਸੀਂ ਇੱਕ ਅਰਧ ਗੋਲਾਕਾਰ ਕਟੋਰੀ ਦੇ ਵਿੱਚ ਕਿੰਨਾ ਪਾਣੀ ਆ ਸਕਦਾ ਹੈ ਉਹ ਪਤਾ ਕਰ ਸਕਦੇ ਹਾਂ। ਹੁਣ ਅਸੀਂ ਕਰਦੇ ਹਾਂ ਘਰ ਦੇ ਲਈ ਕੰਮ। ਪਿਆਰੇ ਬੱਚੋ, ਜਿਸ ਤਰ੍ਹਾਂ ਕਿ ਅਸੀਂ ਪਿਛਲੇ 2 ਲੈਕਚਰਸ ਦੇ ਵਿੱਚ ਵੀ ਜੋ ਘਰ ਦਾ ਕੰਮ ਹੈ ਉਹ ਕਰਦੇ ਆ ਰਹੇ ਹਾਂ, ਉਸ ਦੇ ਵਿੱਚ ਅਸੀਂ ਜੋ ਅੱਜ ਕੰਮ ਕਰਾਂਗੇ, ਜੋ ਵੀ ਅੱਜ ਅਸੀਂ ਪੜ੍ਹਿਆ ਹੈ, ਅਸੀਂ ਉਹ ਸਾਰੇ ਸਵਾਲਾਂ ਨੂੰ ਕਾਪੀ ਦੇ ਉੱਤੇ ਹੱਲ ਕਰਕੇ ਦੇਖਾਂਗੇ ਅਤੇ ਇਸ ਦੇ ਨਾਲ ਦੇ ਸਵਾਲ ਜੋ ਸਾਡੀ ਗਣਿਤਰੀ ਕਿਤਾਬ ਵਿੱਚ ਦਿੱਤੇ ਹੋਏ ਹਨ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਸਾਡੇ ਇਹ ਕਨਸੈਪਟ ਜੋ ਹੈ ਪੂਰੀ ਚੰਗੀ ਤਰ੍ਹਾਂ ਸਮਝ ਆ ਜਾਵੇ। ਆਸ ਕਰਦਾਂਗਾ ਕਿ ਤੁਹਾਨੂੰ ਸਾਰੇ ਜੋ ਕੁਐਸਚਨ ਹਨ ਉਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਤਾਂ ਹੁਣ ਕੱਲ ਫਿਰ ਮਿਲਾਂਗੇ, ਤਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।